क्वेश्चन नंबर 6, ए टैक्सी ड्राइवर filled his car petrol tank with 40 liters of petrol on Monday। ਇੱਕ ਟੈਕਸੀ ਡਰਾਈਵਰ ਹੈ ਜੋ ਕਿ ਆਪਣੀ ਕਾਰ ਦਾ ਜੋ ਪੈਟਰੋਲ ਟੈਂਕ ਹੈ ਉਸ ਨੂੰ 40 ਲੀਟਰ ਪੈਟਰੋਲ ਦੇ ਨਾਲ ਮੰਡੇ ਨੂੰ ਜੋ ਹੈ ਉਹ ਫਿਲ ਕਰ ਰਿਹਾ ਹੈ। ਦ ਨੈਕਸਟ ਡੇ ਤੋਂ ਭਾਵ ਕੀ ਹੈ? ਟਿਊਸਡੇ। ਹਾਂਜੀ, ਟਿਊਸਡੇ ਨੂੰ ਹੀ ਫਿਲਡ ਦਾ ਟੈਂਕ ਵਿਦ 50 ਲੀਟਰਸ ਆਫ ਪੈਟਰੋਲ। ਟਿਊਸਡੇ ਨੂੰ ਯਾਨੀ ਕਿ ਨੈਕਸਟ ਡੇ ਉਹੀ ਡਰਾਈਵਰ ਜੋ ਹੈ ਟੈਂਕ ਨੂੰ 50 ਲੀਟਰ ਪੈਟਰੋਲ ਦੇ ਨਾਲ ਫਿਲ ਕਰ ਰਿਹਾ ਹੈ। ਇਫ ਦਾ ਪੈਟਰੋਲ ਕੋਸਟ ₹78 ਪਰ ਲੀਟਰ, ਅਗਰ ਪੈਟਰੋਲ ਦੀ ਜੋ ਕੋਸਟ ਹੈ ਉਹ 78 ਰੁਪਏ ਪਰ ਲੀਟਰ ਹੈ, ਵੀ 1 ਲੀਟਰ ਦੀ ਜੋ ਕੋਸਟ ਹੈ ਪੈਟਰੋਲ ਦੀ ਉਹ ਜੋ ਹੈ 78 ਰੁਪਏ ਹੈ। ਹਾਊ ਮਚ ਹੀ ਸਪੈਂਡ ਇਨ ਆਲ ਔਨ ਪੈਟਰੋਲ, ਤਾਂ ਮੰਡੇ ਔਰ ਟਿਊਸਡੇ ਨੂੰ ਜੋ ਉਸਨੇ ਟੈਂਕ ਦੇ ਵਿੱਚ ਪੈਟਰੋਲ ਫਿਲ ਕੀਤਾ ਹੈ 40 ਲੀਟਰਸ ਮੰਡੇ ਨੂੰ ਔਰ ਟਿਊਸਡੇ ਨੂੰ 50 ਲੀਟਰਸ, ਤਾਂ ਇਹ ਜੋ ਪੈਟਰੋਲ ਉਸਨੇ ਟੈਂਕ ਦੇ ਵਿੱਚ ਫਿਲ ਕੀਤਾ ਹੈ ਇਸ ਪੈਟਰੋਲ ਦੇ ਉੱਪਰ ਕਿੰਨਾ ਜੋ ਹੈ ਉਸਦਾ ਸਪੈਂਡਿੰਗ ਯਾਨੀ ਕਿ ਖਰਚ ਆਇਆ ਹੈ। 1 ਲੀਟਰ ਪੈਟਰੋਲ ਦਾ ਜੋ ਕੋਸਟ ਹੈ ਉਹ ਸਾਨੂੰ ਦੇ ਰੱਖੀ ਹੈ 78 ਰੁਪਏ। ਤਾਂ ਸਿੰਪਲ ਹੈ, ਅਸੀਂ ਮੰਡੇ ਔਰ ਟਿਊਸਡੇ ਦਾ ਜੋ ਪੈਟਰੋਲ ਹੈ ਉਸ ਨੂੰ ਐਡ ਕਰਾਂਗੇ ਲੀਟਰਸ ਦੇ ਵਿੱਚ, ਯਾਨੀ ਕਿ 40 ਲੀਟਰ ਪਲੱਸ 50 ਲੀਟਰ ਦੈਟ ਇਜ਼ ਇਕੁਅਲ ਟੂ 90 ਲੀਟਰ, ਅਤੇ ਉਸ ਨੂੰ ਅਸੀਂ 1 ਲੀਟਰ ਜੋ ਪੈਟਰੋਲ ਦੀ ਕੋਸਟ ਹੈ 78 ਰੁਪੀਸ ਉਸ ਦੇ ਨਾਲ ਮਲਟੀਪਲਾਈ ਕਰ ਦਾਂਗੇ। ਸਾਡੇ ਕੋਲ ਜੋ ਹੈ ਪੈਟਰੋਲ ਦੇ ਉੱਪਰ ਕਿੰਨਾ ਖਰਚਾ ਹੋਇਆ ਹੈ ਮੰਡੇ ਔਰ ਟਿਊਸਡੇ ਦਾ ਮਿਲਾ ਕੇ ਉਹ ਜੋ ਹੈ ਨਿਕਲ ਕੇ ਆ ਜਾਏਗਾ। ਹਾਂਜੀ, ਇਹ ਵੇਖ ਸਕਦੇ ਹਾਂ, ਮੈਂ ਸੋਲੂਸ਼ਨ ਜੋ ਹੈ ਲਿਖਿਆ ਹੈ ਪੈਟਰੋਲ ਫਿਲਡ ਔਨ ਮੰਡੇ ਇਜ਼ ਇਕੁਅਲ ਟੂ 40 ਲੀਟਰਸ। ਮੰਡੇ ਨੂੰ ਜੋ ਹੈ ਜੋ ਪੈਟਰੋਲ ਫਿਲ ਹੋਇਆ ਹੈ ਉਹ ਕਿੰਨਾ ਹੈ 40 ਲੀਟਰਸ ਹੈ, ਅਤੇ ਟਿਊਸਡੇ ਨੂੰ ਉਹਨਾਂ ਨੇ ਦਾ ਨੈਕਸਟ ਡੇ ਲਿਖਿਆ ਹੈ, ਅਤੇ ਦਾ ਨੈਕਸਟ ਡੇ ਤੋਂ ਭਾਵ ਕੀ ਹੈ ਅਗਲਾ ਜੋ ਦਿਨ ਹੈ ਉਹ ਕਿਹੜਾ ਹੋਏਗਾ? ਉਹ ਟਿਊਸਡੇ ਹੀ ਹੋਏਗਾ ਨਾ ਮੰਡੇ ਤੋਂ ਬਾਅਦ। ਤਾਂ ਜੋ ਟਿਊਸਡੇ ਨੂੰ ਪੈਟਰੋਲ ਫਿਲ ਹੋਇਆ ਹੈ ਉਹ ਹੈ 50 ਲੀਟਰਸ। ਟੋਟਲ ਪੈਟਰੋਲ ਫਿਲਡ, ਤਾਂ ਜੋ ਟੋਟਲ ਜੋ ਪੈਟਰੋਲ ਹੈ ਜੋ ਟੈਂਕ ਦੇ ਵਿੱਚ ਫਿਲ ਕੀਤਾ ਗਿਆ ਹੈ ਉਹਦੇ ਵਾਸਤੇ ਅਸੀਂ ਕੀ ਕਰਾਂਗੇ 40 ਪਲੱਸ 50 ਮੰਡੇ ਔਰ ਟਿਊਸਡੇ ਦਾ ਜੋ ਪੈਟਰੋਲ ਹੈ ਉਸ ਨੂੰ ਐਡ ਕਰ ਦਾਂਗੇ, ਤਾਂ 40 ਪਲੱਸ 50 ਲੀਟਰਸ ਇਜ਼ ਇਕੁਅਲ ਟੂ 90 ਲੀਟਰਸ। ਹਾਂਜੀ, ਪੈਟਰੋਲ ਕੋਸਟ ਪਰ ਲੀਟਰ, 1 ਲੀਟਰ ਜੋ ਹੈ ਪੈਟਰੋਲ ਦੀ ਕੋਸਟ ਕਿੰਨੀ ਹੈ 78 ਰੁਪੀਸ, 78 ਰੁਪਏ ਦਾ ਜੋ ਹੈ 1 ਲੀਟਰ ਪੈਟਰੋਲ ਹੈ। ਸਾਡੇ ਕੋਲ ਦੇਖੋ ਜੋ ਟੋਟਲ ਜੋ ਪੈਟਰੋਲ ਹੈ ਮੰਡੇ ਔਰ ਟਿਊਸਡੇ ਦਾ ਉਹ ਹੈ 90 ਲੀਟਰਸ, ਅਤੇ ਸਾਡੇ ਕੋਲ 1 ਲੀਟਰ ਦੀ ਕੋਸਟ ਹੈ। ਠੀਕ ਹੈ, ਸਾਨੂੰ ਟੋਟਲ ਕੋਸਟ ਨਿਕਾਲਣੀ ਹੈ। ਅਗਰ ਜੋ ਟੋਟਲ ਜੋ ਪੈਟਰੋਲ ਖਰਚ ਹੋਇਆ ਹੈ 2 ਦਿਨਾਂ ਦੇ ਵਿੱਚ 90 ਲੀਟਰਸ, ਅਗਰ ਅਸੀਂ ਇਸ 90 ਲੀਟਰਸ ਨੂੰ ਮਲਟੀਪਲਾਈ ਕਰ ਦਈਏ 1 ਲੀਟਰ ਜੋ ਪੈਟਰੋਲ ਦੀ ਕੋਸਟ ਹੈ 78 ਰੁਪਏ ਦੇ ਨਾਲ, ਤਾਂ ਸਾਡੇ ਕੋਲ ਜੋ ਟੋਟਲ ਕੋਸਟ ਯਾਨੀ ਕਿ ਜੋ ਟੋਟਲ ਜੋ ਖਰਚਾ ਹੋਇਆ ਹੈ ਪੈਟਰੋਲ ਦੇ ਉੱਪਰ ਉਹ ਨਿਕਲ ਕੇ ਆ ਜਾਏਗਾ। ਹਾਂਜੀ, 7020 ਰੁਪਏ। ਠੀਕ ਹੈ, 7020 ਰੁਪੀਸ ਇਹ ਜੋ ਹੈ ਟੋਟਲ ਕੋਸਟ ਆਈ ਹੈ 2 ਡੇਜ਼ ਮਤਲਬ ਮੰਡੇ ਔਰ ਟਿਊਸਡੇ ਨੂੰ ਪੈਟਰੋਲ ਫਿਲ ਕਰਨ ਦੀ। 78 ਨੂੰ 9 ਦੇ ਨਾਲ ਮਲਟੀਪਲਾਈ ਕਰਕੇ ਦੇਖ ਲਓ, 90 ਦੀ ਜੋ ਜ਼ੀਰੋ ਹੈ ਉਹ ਬਾਅਦ ਦੇ ਵਿੱਚ ਐਡ ਕਰ ਦਾਂਗੇ, ਐਡ ਮੀਨਸ ਕਿ ਪਿੱਛੇ ਲਗਾ ਦਾਂਗੇ। ਹਾਂਜੀ, 9 8 ਦਾ ਇਹ ਹੋ ਗਿਆ 72, 9 7 ਦਾ 63, 63 ਪਲੱਸ 7 ਇਹ ਹੋ ਗਿਆ 70, ਅਤੇ 90 ਦੀ ਜੋ ਇਹ ਵਾਲੀ ਜ਼ੀਰੋ ਸੀ ਉਹ ਅਸੀਂ ਇੱਥੇ ਨਾਲ ਲਗਾ ਦਿੰਦੇ ਹਾਂ। ਹਾਂਜੀ, 7020। ਠੀਕ ਹੈ, 7020 ਰੁਪਏ ਜੋ ਹੈ ਇਹ ਸਾਡਾ ਆਨਸਰ ਹੈ। ਸੈਵਨਥ ਕੁਐਸਚਨ ਹੈ ਜੀ, ਇਹ ਵੈਂਡਰ ਸਪਲਾਈਜ਼ 32 ਲੀਟਰਸ ਆਫ ਮਿਲਕ ਟੂ ਏ ਹੋਟਲ ਇਨ ਮੋਰਨਿੰਗ।
ਵੈਂਡਰ ਯਾਨੀ ਕਿ ਇਹ ਸਮਝ ਲਓ ਕਿ ਜੋ ਦੁੱਧ ਵਾਲਾ ਹੁੰਦਾ ਹੈ, ਤਾਂ ਜੋ ਵੈਂਡਰ ਹੈ ਯਾਨੀ ਕਿ ਜੋ ਮਿਲਕਮੈਨ ਜਿਸ ਨੂੰ ਕਹਿ ਸਕਦੇ ਹਾਂ ਦੁੱਧ ਵਾਲਾ, ਉਹ ਜੋ ਹੈ ਇੱਕ ਹੋਟਲ ਦੇ ਵਿੱਚ ਸਵੇਰ ਦੇ ਵਕਤ ਦੇ ਵਿੱਚ ਯਾਨੀ ਕਿ ਮਾਰਨਿੰਗ ਦੇ ਵਿੱਚ ਉਹ ਜੋ ਹੈ 32 ਲੀਟਰ ਯਾਨੀ ਕਿ 32 ਲੀਟਰਸ ਆਫ ਮਿਲਕ ਜੋ ਹੈ ਸਪਲਾਈ ਕਰਦਾ ਹੈ, ਐਂਡ 68 ਲੀਟਰਸ ਆਫ ਮਿਲਕ ਇਨ ਦਾ ਈਵਨਿੰਗ, ਔਰ ਈਵਨਿੰਗ ਦੇ ਵਿੱਚ 68 ਲੀਟਰਸ ਜੋ ਹੈ ਮਿਲਕ ਜੋ ਹੈ ਸਪਲਾਈ ਕਰਦਾ ਹੈ। ਤਾਂ 32 ਲੀਟਰ ਹੋ ਗਿਆ ਸਵੇਰ ਦਾ ਮਿਲਕ, ਠੀਕ ਹੈ, ਤੇ 68 ਲੀਟਰਸ ਹੋ ਗਿਆ ਈਵਨਿੰਗ ਦਾ ਜੋ ਮਿਲਕ ਹੈ ਯਾਨੀ ਕਿ ਸ਼ਾਮ ਦਾ ਜੋ ਮਿਲਕ ਹੈ, ਇਹ ਜੋ ਹੈ ਵੈਂਡਰ ਹੋਟਲ ਦੇ ਵਿੱਚ ਸਪਲਾਈ ਕਰਦਾ ਹੈ। ਇਫ ਦਾ ਮਿਲਕ ਕੋਸਟ ਰੁਪੀਜ਼ 35 ਪਰ ਲੀਟਰ, ਅਗਰ ਮਿਲਕ ਦੀ ਜੋ ਕੋਸਟ ਹੈ ਉਹ 1 ਲੀਟਰ ਮਿਲਕ ਦੀ ਜੋ ਕੋਸਟ ਹੈ ਉਹ 35 ਰੁਪਏ ਹੈ, 35 ਰੁਪੀਜ਼ ਹੈ। ਹਾਊ ਮਚ ਮਨੀ ਇਜ਼ ਡਿਊ ਟੂ ਦਾ ਵੈਂਡਰ ਪਰ ਡੇ, ਉਹਨਾਂ ਨੇ ਪਰ ਡੇ ਪੁੱਛਿਆ ਹੈ, ਮੀਨਸ ਕਿ ਸਾਨੂੰ ਇੱਕ ਦਿਨ ਦੀ ਜੋ ਵੈਂਡਰ ਦੀ ਮਤਲਬ ਜੋ ਇੱਕ ਤਰ੍ਹਾਂ ਦਾ ਇਹ ਕਹਿ ਸਕਦੇ ਹਾਂ ਵੀ ਕੋਸਟ ਪੈਂਦੀ ਹੈ ਉਸ ਨੂੰ, ਠੀਕ ਹੈ, ਜਾਂ ਹੋਟਲ ਵਾਲੇ ਜੋ ਉਸ ਨੂੰ ਪ੍ਰਾਈਸ ਪੇ ਕਰਦੇ ਹੈ ਉਹ ਕਿੰਨਾ ਹੈ। ਉਹਨਾਂ ਨੇ ਸਾਫ਼ ਇੱਥੇ ਜੋ ਹੈ ਮੈਂਸ਼ਨ ਕਰਤਾ ਹੈ ਪਰ ਡੇ, ਪਰ ਡੇ ਮੀਨਸ ਕਿ ਸਿਰਫ ਅਸੀਂ ਜੋ ਹੈ ਇੱਕ ਦਿਨ ਦਾ ਹੀ ਦੱਸਣਾ ਹੈ ਵੀ ਜੋ ਵੈਂਡਰ ਦੇ ਉੱਪਰ ਜੋ ਇੱਕ ਤਰ੍ਹਾਂ ਦਾ ਖਰਚਾ ਆ ਰਿਹਾ ਹੈ ਜਾਂ ਵੈਂਡਰ ਨੂੰ ਜੋ ਹੋਟਲ ਵਾਲੇ ਦਿੰਦੇ ਹੈ ਉਹ ਕਿੰਨਾ ਹੈ। ਦੇਖੋ ਮਾਰਨਿੰਗ ਦੇ ਵਿੱਚ 32 ਲੀਟਰਸ ਸਪਲਾਈ ਕਰ ਰਿਹਾ ਹੈ, ਈਵਨਿੰਗ ਦੇ ਵਿੱਚ 68 ਲੀਟਰਸ ਸਪਲਾਈ ਕਰ ਰਿਹਾ ਹੈ। ਪਹਿਲਾਂ ਤਾਂ ਅਸੀਂ ਮਤਲਬ 1 ਡੇ ਦਾ ਅਗਰ ਕੈਲਕੂਲੇਟ ਕਰਨਾ ਹੈ, ਪਹਿਲਾਂ ਸਾਨੂੰ ਇਹਨਾਂ ਦੋਨਾਂ ਜੋ ਕੁਆਂਟੀਟੀਜ਼ ਨੇ 32 ਲੀਟਰਸ ਔਰ 68 ਲੀਟਰਸ, ਇਹਨਾਂ ਨੂੰ ਸਾਨੂੰ ਐਡ ਕਰਨਾ ਪਏਗਾ, ਕਿਉਂਕਿ ਇਹਨਾਂ ਨੂੰ ਐਡ ਕਰਕੇ ਹੀ ਸਾਨੂੰ ਇਹ ਪਤਾ ਚੱਲੇਗਾ ਵੀ ਇੱਕ ਦਿਨ ਦੇ ਵਿੱਚ 1 ਡੇ ਦੇ ਵਿੱਚ ਜੋ ਟੋਟਲ ਮਿਲਕ ਸਪਲਾਈ ਹੈ ਉਹ ਕਿੰਨੀ ਹੈ, ਠੀਕ ਹੈ। ਤਾਂ 68 ਦੇ ਵਿੱਚ ਜਦੋਂ ਅਸੀਂ 32 ਐਡ ਕਰਾਂਗੇ ਤਾਂ ਸਾਨੂੰ ਮਿਲੂਗਾ 100 ਲੀਟਰਸ, ਯਾਨੀ ਕਿ 100 ਲੀਟਰ ਜੋ ਹੈ ਮਿਲਕ ਜੋ ਹੈ ਉਹ ਵੈਂਡਰ ਸਪਲਾਈ ਕਰਦਾ ਹੈ ਹੋਟਲ ਦੇ ਵਿੱਚ ਇੱਕ ਦਿਨ ਦੇ ਵਿੱਚ। ਹੁਣ 1 ਲੀਟਰ ਜੋ ਮਿਲਕ ਹੈ ਉਸ ਦੀ ਕੋਸਟ 35 ਰੁਪਏ ਹੈ, 35 ਰੁਪੀਜ਼ ਹੈ। ਤਾਂ ਸਾਨੂੰ ਪਤਾ ਹੈ ਵੀ ਇੱਕ ਦਿਨ ਦੇ ਵਿੱਚ ਜੋ ਟੋਟਲ ਜੋ ਮਿਲਕ ਜੋ ਸਪਲਾਈ ਕੀਤਾ ਜਾ ਰਿਹਾ ਹੈ ਉਹ 100 ਲੀਟਰਸ ਹੈ। ਸਾਡੇ ਕੋਲ 1 ਲੀਟਰ ਮਿਲਕ ਦੀ ਜੋ ਕੋਸਟ ਹੈ ਉਹ ਵੀ ਹੈ 35 ਰੁਪੀਜ਼। ਤਾਂ ਜੋ ਟੋਟਲ ਜੋ ਮਿਲਕ ਹੈ 100 ਲੀਟਰ, ਉਸ ਨੂੰ ਅਸੀਂ 35 ਦੇ ਨਾਲ ਮਲਟੀਪਲਾਈ ਕਰ ਦਾਂਗੇ। Milk supplied in the morning is equal to 32 liters. Milk supplied in the evening 68 liters. ਟੋਟਲ ਮਿਲਕ ਸਪਲਾਈਡ ਵੀ ਕਿੰਨਾ ਮਿਲਕ ਜੋ ਹੈ ਇੱਕ ਦਿਨ ਦੇ ਵਿੱਚ ਜੋ ਹੈ ਸਪਲਾਈ ਹੁੰਦਾ ਹੈ ਉਹ ਹੈ 32 plus 68 ਲੀਟਰਸ ਇਜ਼ ਇਕੁਅਲ ਟੂ 100 ਲੀਟਰਸ। ਮਿਲਕ ਕੋਸਟ ਪਰ ਲੀਟਰ, 1 ਲੀਟਰ ਜੋ ਮਿਲਕ ਹੈ ਉਸ ਦੀ ਕੋਸਟ ਕਿੰਨੀ ਹੈ 35 ਰੁਪਏ ਹੈ। ਦੇਅਰ ਫੋਰ ਟੋਟਲ ਕੋਸਟ ਆਫ ਮਿਲਕ ਪਰ ਡੇ, ਤਾਂ ਅਗਰ ਸਾਨੂੰ ਇੱਕ ਦਿਨ ਦੇ ਵਿੱਚ ਜੋ ਮਿਲਕ ਦੇ ਉੱਪਰ ਜੋ ਕੋਸਟ ਆ ਰਹੀ ਹੈ, ਠੀਕ ਹੈ, ਉਹ ਅਗਰ ਸਾਨੂੰ ਫਾਈਂਡ ਆਊਟ ਕਰਨੀ ਹੈ ਤਾਂ ਦੇਖੋ 100 ਜੋ ਹੈ ਇਹ ਹੈ 100 ਲੀਟਰਸ, ਯਾਨੀ ਕਿ ਇੱਕ ਦਿਨ ਦੇ ਵਿੱਚ ਜੋ ਟੋਟਲ ਜੋ ਮਿਲਕ ਸਪਲਾਈ ਹੋ ਰਿਹਾ ਹੈ, ਠੀਕ ਹੈ, ਤੇ 1 ਲੀਟਰ ਮਿਲਕ ਦੀ ਜੋ ਕੋਸਟ ਹੈ ਉਹ 35 ਰੁਪੀਜ਼ ਹੈ। ਹਾਂਜੀ, ਇਹਨਾਂ ਦੋਵਾਂ ਨੂੰ ਮਲਟੀਪਲਾਈ ਕਰ ਦਾਂਗੇ ਤਾਂ ਸਾਡੇ ਕੋਲ ਜੋ ਹੈ ਇੱਕ ਦਿਨ ਦੇ ਵਿੱਚ ਜੋ ਮਿਲਕ ਦੇ ਉੱਪਰ ਜੋ ਕੋਸਟ ਆ ਰਹੀ ਹੈ ਉਹ ਮਤਲਬ ਆਈ ਹੈ ਸਾਡੇ ਕੋਲ 3500 ਰੁਪੀਜ਼, 3500 ਰੁਪਏ, 3500 ਰੁਪੀਜ਼। ਮਲਟੀਪਲੀਕੇਸ਼ਨ ਈਜ਼ੀ ਹੈ, ਜਸਟ ਇਹ ਵਾਲਾ 35 ਐਜ਼ ਇਟ ਇਜ਼ ਲਿਖ ਦਿਓ ਅਤੇ 100 ਦੀ ਜਿਹੜੀ ਇਹ ਦੋ ਜ਼ੀਰੋਜ਼ ਹੈ ਉਹਨਾਂ ਨੂੰ ਮਤਲਬ 35 ਦੇ ਨਾਲ ਜੋ ਹੈ ਅਟੈਚ ਕਰ ਦੇਣਾ, ਤਾਂ 3500 ਰੁਪਏ ਜੋ ਹੈ ਮਿਲਕ ਦੀ ਕੋਸਟ ਆਉਂਦੀ ਹੈ ਇੱਕ ਦਿਨ ਦੀ, ਠੀਕ ਹੈ, ਪਰ ਡੇ। क्वेश्चन नंबर 8, ये जो है इजी जा क्वेश्चन है, देख लो। वी नो दैट 0 ਮਲਟੀਪਲਾਈਡ ਬਾਈ 0 ਇਜ਼ ਇਕੁਅਲ ਟੂ 0, ਮਤਲਬ ਉਹ ਇਸ ਤਰ੍ਹਾਂ ਕਹਿ ਰਿਹਾ ਵੀ ਅਗਰ ਅਸੀਂ 0 ਨੂੰ 0 ਦੇ ਨਾਲ ਮਲਟੀਪਲਾਈ ਕਰਦੇ ਹਾਂ ਤਾਂ ਆਨਸਰ ਵੀ 0 ਹੀ ਆਉਂਦਾ ਹੈ। ਅੱਗੇ ਉਹਨਾਂ ਦਾ ਕੁਐਸਚਨ ਇਹ ਹੈ, ਇਜ਼ ਦੇਅਰ ਐਨੀ ਅਦਰ ਹੋਲ ਨੰਬਰ ਵਿਚ ਵੈਨ ਮਲਟੀਪਲਾਈਡ ਬਾਈ ਇਟਸੈਲਫ ਗਿਵਸ ਦਾ ਪ੍ਰੋਡਕਟ ਇਕੁਅਲ ਟੂ ਦਾ ਨੰਬਰ ਇਟਸੈਲਫ। ਉਹਨਾਂ ਨੇ ਇਹ ਕੁਐਸਚਨ ਪੁੱਛਿਆ ਵੀ ਕੋਈ ਇਵੇਂ ਦਾ 0 ਤੋਂ ਇਲਾਵਾ ਹੋਰ ਕੋਈ ਹੋਲ ਨੰਬਰ ਹੈ ਜਿਸ ਨੂੰ ਮਤਲਬ ਉਸੀ ਦੇ ਨਾਲ ਮਲਟੀਪਲਾਈ ਕੀਤਾ ਜਾਏ, ਠੀਕ ਹੈ, ਤਾਂ ਸਾਨੂੰ ਆਨਸਰ ਵੀ ਜੋ ਹੈ ਉਹੀ ਮਿਲ ਜਾਏ। ਦੇਖੋ ਨਾ 0 ਵਾਲੇ ਕੇਸ ਦੇ ਵਿੱਚ ਕੀ ਹੋ ਰਿਹਾ ਹੈ,
ਜ਼ੀਰੋ ਨੂੰ ਜ਼ੀਰੋ ਨਾਲ ਮਲਟੀਪਲਾਈ ਕੀਤਾ ਜਾ ਰਿਹਾ ਹੈ ਤਾਂ ਆਨਸਰ ਵੀ ਸਾਨੂੰ ਜੋ ਹੈ ਜ਼ੀਰੋ ਹੀ ਮਿਲ ਰਿਹਾ ਹੈ। ਤਾਂ ਉਹਨਾਂ ਦਾ ਕੁਐਸਚਨ ਇਹ ਹੈ ਵੀ ਕੋਈ ਹੋਰ ਜ਼ੀਰੋ ਤੋਂ ਇਲਾਵਾ ਕੋਈ ਹੋਰ ਜੋ ਹੈ ਹੋਲ ਨੰਬਰ ਹੈ ਜਿਸ ਨੂੰ ਆਪਣੇ ਨਾਲ ਹੀ ਮਲਟੀਪਲਾਈ ਕੀਤਾ ਜਾਏ ਤਾਂ ਆਨਸਰ ਵੀ ਜੋ ਹੈ ਉਹੀ ਨੰਬਰ ਵਾਪਿਸ ਆ ਰਿਹਾ ਹੋਏ। ਤਾਂ ਇਵੇਂ ਦਾ ਜੋ ਹੈ ਇੱਕ ਨੰਬਰ ਹੈ ਸਾਡੇ ਕੋਲ ਹੋਲ ਨੰਬਰ ਦੇ ਵਿੱਚ, ਉਹ ਹੈ, ਦੇਖ ਸਕਦੇ ਹੋ ਤੁਸੀਂ, ਹਾਂਜੀ। ਸੋਲੂਸ਼ਨ ਹੈ ਜੀ ਯੈਸ। ਅਸੀਂ ਪਹਿਲਾਂ ਇੰਗਲਿਸ਼ ਦੇ ਵਿੱਚ ਲਿਖਾਂਗੇ ਯੈਸ ਦੇਅਰ ਇਜ਼ ਏ ਹੋਲ ਨੰਬਰ 1। ਜੋ 1 ਹੈ ਉਹ ਇਵੇਂ ਦਾ ਹੋਲ ਨੰਬਰ ਹੈ ਜਿਸ ਨੂੰ ਅਗਰ ਆਪਣੇ ਨਾਲ ਹੀ ਮਲਟੀਪਲਾਈ ਕੀਤਾ ਜਾਏ, ਯਾਨੀ ਕਿ 1 ਦੇ ਨਾਲ ਹੀ ਮਲਟੀਪਲਾਈ ਕੀਤਾ ਜਾਏ ਤਾਂ ਸਾਨੂੰ ਆਨਸਰ ਜੋ ਹੈ ਉਹ 1 ਹੀ ਮਿਲਦਾ ਹੈ। ਤਾਂ ਜ਼ੀਰੋ ਤੋਂ ਇਲਾਵਾ ਜੋ 1 ਹੈ ਉਹ ਵੀ ਜੋ ਹੈ ਇਵੇਂ ਦਾ ਹੋਲ ਨੰਬਰ ਹੈ ਜਿਸ ਨੂੰ ਕਿ ਅਗਰ ਉਸੀ ਦੇ ਨਾਲ ਯਾਨੀ ਕਿ 1 ਦੇ ਨਾਲ ਹੀ ਮਲਟੀਪਲਾਈ ਕੀਤਾ ਜਾਏ ਤਾਂ ਆਨਸਰ ਜੋ ਹੈ ਉਹ 1 ਹੀ ਮਿਲਦਾ ਹੈ। ਯੈਸ ਦੇਅਰ ਇਜ਼ ਏ ਹੋਲ ਨੰਬਰ 1, 1 ਮਲਟੀਪਲਾਈਡ ਬਾਈ 1 ਇਜ਼ ਇਕੁਅਲ ਟੂ 1। ਇਹ ਵੀ ਜੋ ਹੈ ਲਿਖ ਕੇ ਆਣਾ ਹੈ, ਠੀਕ ਹੈ, ਕਿਉਂਕਿ ਉਹਨਾਂ ਨੇ ਪੁੱਛਿਆ ਸੀ ਨਾ ਵੀ ਆਪਣੇ ਨਾਲ ਮਲਟੀਪਲਾਈ ਵੀ ਹੋਵੇ ਤੇ ਫਿਰ ਆਨਸਰ ਵੀ ਜੋ ਹੈ ਉਹ 1 ਆਏ। 1 ਜੋ ਹੈ ਆਪਣੇ ਨਾਲ ਯਾਨੀ ਕਿ 1 ਦੇ ਨਾਲ ਹੀ ਮਲਟੀਪਲਾਈ ਹੋ ਰਿਹਾ ਹੈ ਤੇ ਇਹਨਾਂ ਦੋਵਾਂ ਦਾ ਜੋ ਆਨਸਰ ਆਂਦਾ ਹੈ 1 ਮਲਟੀਪਲਾਈਡ ਬਾਈ 1 ਉਹ ਵੀ ਜੋ ਹੈ 1 ਹੀ ਆਂਦਾ ਹੈ। ਤਾਂ ਇਹ ਜੋ ਹੈ ਐਗਜ਼ਾਮਪਲ ਅਸੀਂ ਇੱਦਾਂ ਹੀ ਦੇ ਕੇ ਆਵਾਂਗੇ। ਹਾਂਜੀ, ਨੈਕਸਟ ਇਹ ਜੋ ਹੈ ਫਿਲ ਇਨ ਦਾ ਬਲੈਂਕਸ ਹੈ, ਈਜ਼ੀ ਹੈ, ਕਾਫੀ ਸਿੰਪਲ ਹੈ, ਚਲੋ ਇਹਨਾਂ ਨੂੰ ਕਰ ਲੈਂਦੇ ਹਾਂ। ਹਾਂਜੀ, ਇਹ ਪਾਰਟ ਹੈ ਜੀ 15 ਨੂੰ ਅਗਰ ਅਸੀਂ 0 ਨਾਲ ਮਲਟੀਪਲਾਈ ਕਰੀਏ, ਅਗਰ ਕੋਈ ਵੀ ਨੰਬਰ 0 ਨਾਲ ਮਲਟੀਪਲਾਈ ਹੁੰਦਾ ਹੈ ਤਾਂ ਉਸਦਾ ਆਨਸਰ 0 ਹੀ ਆਂਦਾ ਹੈ। 15 ਮਲਟੀਪਲਾਈਡ ਬਾਈ 0 ਦੈਟ ਇਜ਼ ਇਕੁਅਲ ਟੂ 0। ਬੀ ਪਾਰਟ ਹੈ ਜੀ 15 ਦੇ ਵਿੱਚ ਅਗਰ 0 ਐਡ ਕਰਾਂਗੇ ਤਾਂ 15 ਦੇ ਵਿੱਚ ਅਗਰ 0 ਐਡ ਕਰਦੇ ਹਾਂ ਤਾਂ ਉਸਨੇ 15 ਹੀ ਰਹਿਣਾ ਹੈ, ਠੀਕ ਹੈ। 0 ਦੀ ਆਪਣੀ ਕੋਈ ਵੀ ਜੋ ਹੈ ਮਤਲਬ ਵੈਲਿਊ ਨਹੀਂ ਹੁੰਦੀ ਹੈ। 15 ਪਲੱਸ 0 ਇਜ਼ ਇਕੁਅਲ ਟੂ 15। 15 ਦੇ ਵਿੱਚੋਂ 0 ਮਾਈਨਸ ਕਰਦੇ ਹਾਂ ਤਾਂ ਵੀ ਜੋ ਹੈ ਕੋਈ ਫਰਕ ਨਹੀਂ ਪੈਣਾ ਹੈ, ਉਸਨੇ 15 ਹੀ ਰਹਿਣਾ ਹੈ। ਹਾਂਜੀ, ਇਹ ਵਾਲਾ ਜੋ ਹੈ ਇਸਨੂੰ ਥੋੜ੍ਹਾ ਜਿਹਾ ਧਿਆਨ ਦੇ ਨਾਲ ਦੇਖਣਾ। ਮੈਥੇਮੈਟਿਕਸ ਦੇ ਵਿੱਚ ਇਹਨਾਂ ਨੇ ਕਿਹਾ ਹੈ 15 ਡਿਵਾਈਡਡ ਬਾਈ 0, ਠੀਕ ਹੈ। ਮੈਂ ਇਸਨੂੰ ਇਸ ਤਰ੍ਹਾਂ ਲਿਖ ਸਕਦਾ ਹਾਂ 15 ਡਿਵਾਈਡਡ ਬਾਈ 0। ਮੈਥੇਮੈਟਿਕਸ ਦੇ ਵਿੱਚ ਹਾਲੇ ਤੱਕ ਜੋ ਹੈ ਇਹ ਚੀਜ਼ ਡਿਫਾਈਨ ਨਹੀਂ ਹੈ। ਡਿਫਾਈਨ ਨਹੀਂ ਹੈ ਤਾਂ ਮੀਨਿੰਗ ਕੀ ਹੈ ਵੀ ਅਗਰ ਕਿਸੇ ਨੰਬਰ ਨੂੰ 0 ਨਾਲ ਡਿਵਾਈਡ ਕੀਤਾ ਜਾਏ, ਠੀਕ ਹੈ, ਮੈਥੇਮੈਟਿਕਸ ਦੇ ਵਿੱਚ ਹਾਲੇ ਤੱਕ ਜੋ ਹੈ ਇਹ ਚੀਜ਼ ਡਿਫਾਈਨ ਨਹੀਂ ਹੈ। ਇਸ ਦਾ ਸੋਲੂਸ਼ਨ ਕੀ ਆਂਦਾ ਹੈ ਇਹ ਜੋ ਹੈ ਸਾਨੂੰ ਨਹੀਂ ਪਤਾ, ਠੀਕ ਹੈ। ਤਾਂ ਇਸ ਨੂੰ ਅਸੀਂ ਲਿਖਦੇ ਹਾਂ ਨੋਟ ਡਿਫਾਈਨਡ। ਇਸ ਨੂੰ ਲਿਖ ਲਓ ਜੀ, ਜੋ ਮੈਂ ਇੰਗਲਿਸ਼ ਦੇ ਵਰਡਸ ਲਿਖੇ ਹੈ, ਠੀਕ ਹੈ। NOT ਨੋਟ ਹੋ ਗਿਆ ਤੇ DEFINED ਡਿਫਾਈਨਡ। ਤੇ ਪੰਜਾਬੀ ਦੇ ਵਿੱਚ ਇਸ ਨੂੰ ਕਿਹਾ ਜਾਂਦਾ ਹੈ ਪਰਿਭਾਸ਼ਿਤ ਨਹੀਂ ਹੈ। ਨੋਟ ਡਿਫਾਈਨਡ ਦਾ ਮੀਨਿੰਗ ਇਹ ਹੁੰਦਾ ਹੈ ਵੀ ਹਾਲੇ ਤੱਕ ਇਸ ਦਾ ਕੋਈ ਸੋਲੂਸ਼ਨ ਜੋ ਹੈ ਮੈਥੇਮੈਟਿਕਸ ਦੇ ਵਿੱਚ ਅਵੇਲੇਬਲ ਨਹੀਂ ਹੈ ਵੀ ਅਗਰ ਕਿਸੇ ਨੰਬਰ ਨੂੰ 0 ਦੇ ਨਾਲ ਡਿਵਾਈਡ ਕੀਤਾ ਜਾਏ ਤਾਂ, ਠੀਕ ਹੈ। ਹਾਂਜੀ, 15 ਡਿਵਾਈਡਡ ਬਾਈ 0 ਦੈਟ ਇਜ਼ ਇਕੁਅਲ ਟੂ ਨੋਟ ਡਿਫਾਈਨਡ। ਮੈਥੇਮੈਟਿਕਸ ਦੇ ਵਿੱਚ ਅਸੀਂ 0 ਨਾਲ ਕਿਸੇ ਨੰਬਰ ਨੂੰ ਡਿਵਾਈਡ ਕਰ ਹੀ ਨਹੀਂ ਸਕਦੇ ਜਾਂ ਡਿਫਾਈਨ ਹੀ ਨਹੀਂ ਹੈ ਹਾਲੇ ਤੱਕ, ਠੀਕ ਹੈ। ਆਨਸਰ ਆਏਗਾ ਜੀ ਨੋਟ ਡਿਫਾਈਨਡ। ਨੈਕਸਟ ਹੈ ਜੀ 0 ਮਲਟੀਪਲਾਈਡ ਬਾਈ 15। ਦੇਖੋ ਜੋ ਏ ਪਾਰਟ ਸੀ ਇਹ ਉसी ਦਾ ਜੋ ਹੈ ਮਤਲਬ ਜਸਟ ਇੱਕ ਤਰ੍ਹਾਂ ਦਾ ਕੋਮੋਟੇਟਿਵ ਹੈ। ਕੋਮੋਟੇਟਿਵ ਮੀਨਸ ਕਿ 0 ਪਹਿਲੇ ਕਰਤਾ ਹੈ 15 ਨੂੰ ਬਾਅਦ ਦੇ ਵਿੱਚ ਕਰਤਾ ਹੈ, ਤਾਂ ਆਨਸਰ ਤਾਂ 0 ਹੀ ਰਹਿਣਾ ਹੈ। 0 ਨੂੰ ਕਿਸੇ ਵੀ ਨੰਬਰ ਨਾਲ ਮਲਟੀਪਲਾਈ ਕਰੋਗੇ ਆਨਸਰ 0 ਹੀ ਹੈ। ਹਾਂਜੀ, ਹੁਣ ਬੀ ਪਾਰਟ ਦਾ ਇਹਨਾਂ ਨੇ ਜੋ ਹੈ ਕੋਮੋਟੇਟਿਵ ਕਰਤਾ ਹੈ ਅੰਡਰ ਐਡੀਸ਼ਨ। 0 ਪਹਿਲੇ ਕਰਤਾ ਹੈ ਔਰ 15 ਬਾਅਦ ਦੇ ਵਿੱਚ 0 ਪਲੱਸ 15 ਇਹ ਵੀ ਜੋ ਹੈ 15 ਹੀ ਰਹੇਗਾ। ਹਾਂ, ਜੀ ਪਾਰਟ ਦੇ ਵਿੱਚ ਡਿਫਰੈਂਸ ਹੈ। ਦੇਖੋ ਪਹਿਲਾਂ ਸੀ 15 ਡਿਵਾਈਡਡ ਬਾਈ 0, ਹੁਣ ਹੈ 0 ਡਿਵਾਈਡਡ ਬਾਈ 15। 0 ਜੋ ਹੈ ਉਹ ਅਸੀਂ ਰੱਖਾਂਗੇ ਉੱਪਰ ਯਾਨੀ ਕਿ ਨਿਊਮਰੇਟਰ ਦੇ ਵਿੱਚ,
डिवाइडेड बाय 15 है, यानी कि जो 15 है ਉਹ ਅਸੀਂ ਰੱਖਾਂਗੇ ਡਿਨੋਮੀਨੇਟਰ ਦੇ ਵਿੱਚ, ਠੀਕ ਹੈ। ਪੰਜਾਬੀ ਵਾਲੇ 0 ਨੂੰ ਅੰਸ਼ ਦੇ ਵਿੱਚ ਰੱਖਣਗੇ, 15 ਨੂੰ ਯਾਨੀ ਕਿ 15 ਨੂੰ ਜੋ ਹੈ ਉਹ ਹਰ ਦੇ ਵਿੱਚ ਰੱਖਣਗੇ। ਹਾਂਜੀ, ਅਗਰ 0 ਜੋ ਹੈ ਉਹ ਨਿਊਮਰੇਟਰ ਦੇ ਵਿੱਚ ਹੈ, ਯਾਨੀ ਕਿ ਉੱਪਰ ਆ ਰਿਹਾ ਹੈ, ਤਾਂ ਸਾਨੂੰ ਜੋ ਹੈ ਕੋਈ ਡਿਵਾਈਡ ਕਰਨ ਦੀ ਜ਼ਰੂਰਤ ਨਹੀਂ ਹੁੰਦੀ ਹੈ। ਸਾਡਾ ਆਨਸਰ 0 ਹੀ ਜੋ ਹੈ ਉਹ ਆਏਗਾ, ਠੀਕ ਹੈ। ਅਸੀਂ ਆਪਣਾ ਆਨਸਰ 0 ਹੀ ਦੇਣਾ ਹੁੰਦਾ ਹੈ। ਕਿਸੇ ਵੀ ਮਤਲਬ 0 ਨੂੰ ਅਗਰ ਕਿਸੇ ਵੀ ਨੰਬਰ ਨਾਲ ਡਿਵਾਈਡ ਕਰਦੇ ਹਾਂ ਤਾਂ ਆਨਸਰ 0 ਹੀ ਆਉਂਦਾ ਹੈ, 0। ਹਾਂਜੀ, ਨੈਕਸਟ ਹੈ 15 ਨੂੰ 1 ਦੇ ਨਾਲ ਮਲਟੀਪਲਾਈ ਕਰੀਏ। ਕਿਸੇ ਵੀ ਨੰਬਰ ਨੂੰ 1 ਦੇ ਨਾਲ ਮਲਟੀਪਲਾਈ ਕਰੀਏ ਤਾਂ ਉਹ ਨੰਬਰ ਜੋ ਹੈ ਵਾਪਿਸ ਐਜ਼ ਇਟ ਇਜ਼ ਆ ਜਾਂਦਾ ਹੈ। 15 ਮਲਟੀਪਲਾਈਡ ਬਾਈ 1 ਦੈਟ ਇਜ਼ ਇਕੁਅਲ ਟੂ 15। 15 ਨੂੰ ਅਗਰ ਅਸੀਂ 1 ਦੇ ਨਾਲ ਡਿਵਾਈਡ ਕਰੀਏ, ਅਗਰ ਕਿਸੇ ਵੀ ਨੰਬਰ ਨੂੰ ਅਸੀਂ 1 ਦੇ ਨਾਲ ਡਿਵਾਈਡ ਕਰਾਂਗੇ ਤਾਂ ਦੇਖੋ 1 15 ਦਾ 15 ਹੋਏਗਾ, ਤਾਂ 1 ਦੇ ਨਾਲ ਕਿਸੇ ਵੀ ਨੰਬਰ ਨੂੰ ਡਿਵਾਈਡ ਕਰਾਂਗੇ ਤਾਂ ਵੀ ਜੋ ਹੈ ਉਹ ਨੰਬਰ ਐਜ਼ ਇਟ ਇਜ਼ ਵਾਪਿਸ ਆ ਜਾਂਦਾ ਹੈ। ਹਾਂਜੀ, 15 ਡਿਵਾਈਡਡ ਬਾਈ 15 ਦੈਟ ਇਜ਼ ਇਕੁਅਲ ਟੂ 15। 15 ਨੂੰ 1 ਦੇ ਨਾਲ ਭਾਗ ਦੇਵਾਂਗੇ ਤਾਂ 15 ਵਾਪਿਸ ਆ ਜਾਏਗਾ, ਠੀਕ ਹੈ। 1 ਡਿਵਾਈਡਡ ਬਾਈ 1, ਇਹਦਾ ਆਂਸਰ ਵੀ ਜੋ ਹੈ ਉਹ 1 ਹੀ ਰਹੇਗਾ। 1 ਨੂੰ ਦੇਖੋ 1 ਦੇ ਨਾਲ ਡਿਵਾਈਡ ਕਰੋਗੇ, 1 1 ਜ਼ਾ 1, ਠੀਕ ਹੈ, 1 1 ਜ਼ਾ 1, ਤਾਂ ਵੀ ਜੋ ਹੈ 1 ਹੀ ਆਏਗਾ। 1 ਨੂੰ 1 ਨਾਲ ਡਿਵਾਈਡ ਕਰਾਂਗੇ, ਆਂਸਰ ਜੋ ਹੈ ਉਹ 1 ਹੀ ਆਣਾ ਹੈ। क्वेश्चन नंबर 10 है जी, द प्रोडक्ट ऑफ टू होल नंबर्स इज 0, वट डू यू कंक्लूड, एक्सप्लेन विद एग्जाम्पल। इन्होंने ये क्या है भी दो होल नंबर्स का जो प्रोडक्ट है, यानी कि जो उन्होंने मल्टीप्लीकेशन है वो जो है वो 0 आ रही है। वट डू यू कंक्लूड भी इस तो ਤੁਹਾਨੂੰ जो है मतलब की पता चलता है, ठीक है। भी दो होल नंबर्स का जो प्रोडक्ट है मल्टीप्लीकेशन है, अगर वो 0 आ रही है, इस तो ਤੁਹਾਨੂੰ ਕੀ ਪਤਾ ਚੱਲਦਾ ਹੈ ਪਹਿਲਾਂ ਇਹ ਦੱਸਣਾ ਹੈ, ਠੀਕ ਹੈ। ਵਟ ਡੂ ਯੂ ਕੰਕਲੂਡ। ਸੈਕਿੰਡ ਉਹ ਕਹਿ ਰਹੇ ਹੈ ਵੀ ਜੋ ਵੀ ਤੁਸੀਂ ਕੰਕਲੂਡ ਕਰੋਗੇ ਉਸ ਨੂੰ ਐਗਜ਼ਾਮਪਲ ਦੇ ਰਾਹੀਂ ਜੋ ਹੈ ਮਤਲਬ ਸਮਝਾ ਦਿਓ, ਠੀਕ ਹੈ, ਐਕਸਪਲੇਨ ਕਰ ਦਿਓ। ਦੇਖੋ, ਅਗਰ ਕਿਸੇ ਵੀ ਦੋ ਹੋਲ ਨੰਬਰ ਦੀ ਮਲਟੀਪਲੀਕੇਸ਼ਨ ਜਾਂ ਪ੍ਰੋਡਕਟ ਜੋ ਹੈ ਉਹ 0 ਆ ਰਿਹਾ ਹੈ, ਇਟ ਮੀਨਸ ਕਿ ਉਹਨਾਂ ਦੋਵਾਂ ਦੇ ਵਿੱਚੋਂ ਕਿਸੇ ਇੱਕ ਨੂੰ 0 ਹੋਣਾ ਪਏਗਾ। ਇਹਦਾ ਤੁਸੀਂ ਐਗਜ਼ਾਮਪਲ ਲੈ ਸਕਦੇ ਹੋ। ਇਹਨਾਂ ਨੇ ਕਿਹਾ ਹੈ ਹੋਲ ਨੰਬਰ। ਹੋਲ ਨੰਬਰ ਦੇਖੋ, ਵੈਸੇ ਤਾਂ ਮੈਂ ਐਗਜ਼ਾਮਪਲ ਦੇ ਰੱਖਿਆ ਹੈ ਵੀ ਇੱਥੇ 3 ਔਰ 0 ਦਾ ਐਗਜ਼ਾਮਪਲ ਮੈਂ ਦੇ ਰੱਖਿਆ ਹੈ। ਇਸ ਤੋਂ ਇਲਾਵਾ ਕੋਈ ਵੀ ਹੋਰ ਐਜ਼ਿਊਮ ਕਰ ਲਓ, ਜਿਵੇਂ ਕਿ ਮੰਨ ਲਓ ਮੈਂ ਕੋਈ ਲਾਰਜ ਹੋਲ ਨੰਬਰ ਲੈਣਾ ਹਾਂ, ਮੰਨ ਲਓ ਮੈਂ ਲੈਣਾ ਹਾਂ 788 ਜਾਂ 786 ਲੈ ਲੈਂਦੇ ਹਾਂ, ਠੀਕ ਹੈ, ਜਾਂ ਫਿਰ 783, ਠੀਕ ਹੈ। ਇਹ ਜੋ ਹੈ ਅਸੀਂ ਕੋਈ ਵੀ ਹੋਲ ਨੰਬਰ ਲੈ ਲਿਆ। ਹੁਣ ਦੇਖੋ, ਅਗਰ ਸਾਨੂੰ ਇਹਨਾਂ ਦਾ 1 ਮਿੰਟ ਜ਼ਰਾ, ਹਾਂਜੀ, ਇਹਨਾਂ ਦਾ ਜੋ ਪ੍ਰੋਡਕਟ ਹੈ ਉਹ ਇਕੁਅਲ ਟੂ 0 ਲਿਆਉਣਾ ਹੈ, ਵੀ ਜੋ ਮਲਟੀਪਲੀਕੇਸ਼ਨ ਹੈ ਉਹ 0 ਆਉਣੀ ਚਾਹੀਦੀ ਹੈ। ਤਾਂ ਖੁਦ ਸੋਚੋ ਵੀ ਕੋਈ ਨੰਬਰ ਹੈ ਜਿਸ ਦੇ ਨਾਲ ਅਸੀਂ ਇਸ 783 ਨੂੰ ਮਲਟੀਪਲਾਈ ਕਰੀਏ ਤਾਂ ਰਿਜ਼ਲਟ ਜੋ ਹੈ ਉਹ 0 ਆ ਜਾਏ। ਇਵੇਂ ਦਾ ਬਸ ਇੱਕੋ ਹੀ ਹੋਲ ਨੰਬਰ ਹੈ, ਉਹ ਹੈ 0। ਤਾਂ ਤੁਸੀਂ ਕੋਈ ਵੀ ਦੋ ਹੋਲ ਨੰਬਰਸ ਦਾ ਅਗਰ ਪ੍ਰੋਡਕਟ ਲੈਂਦੇ ਹੋ, ਉਹ 0 ਤਾਂ ਹੀ ਆਏਗਾ ਅਗਰ ਉਹਨਾਂ ਦੋਵਾਂ ਹੋਲ ਨੰਬਰਸ ਦੇ ਵਿੱਚੋਂ ਕੋਈ ਇੱਕ ਹੋਲ ਨੰਬਰ 0 ਹੋਏਗਾ, ਠੀਕ ਹੈ। ਤਾਂ ਬਸ ਇਸੇ ਚੀਜ਼ ਨੂੰ ਅਸੀਂ ਲਿਖ ਦੇਣਾ ਹੈ। ਦੇਖੋ, ਵੀ ਕੰਕਲੂਡ ਦੈਟ 1 ਨੰਬਰ, ਇਹ ਜੋ ਹੈ ਸੋਲੂਸ਼ਨ ਹੈ ਇੱਥੋਂ ਦੀ। ਹਾਂਜੀ, ਵੀ ਕੰਕਲੂਡ ਦੈਟ 1 ਨੰਬਰ ਮਸਟ ਬੀ 0, ਵੀ ਜਿਹੜੇ ਹੋਲ ਨੰਬਰਸ ਮਤਲਬ ਮਲਟੀਪਲਾਈ ਕਰ ਰਹੇ ਹਾਂ, ਜਿਹੜੇ ਦੋ ਹੋਲ ਨੰਬਰਸ ਨੂੰ ਅਸੀਂ ਮਲਟੀਪਲਾਈ ਕਰ ਰਹੇ ਹਾਂ ਰਿਜ਼ਲਟ 0 ਲਿਆਉਣ ਵਾਸਤੇ, ਤਾਂ ਉਹਨਾਂ ਦੇ ਵਿੱਚੋਂ ਕਿਸੇ ਇੱਕ ਨੂੰ ਮਸਟ ਵੀ ਮੀਨਸ ਕਿ ਜ਼ਰੂਰੀ ਹੈ 0 ਹੋਣਾ ਪਏਗਾ, ਠੀਕ ਹੈ। ਇਹਦਾ ਇੱਕ ਐਗਜ਼ਾਮਪਲ ਦੇ ਦਿੱਤਾ ਹੈ ਮੈਂ। ਵਟ ਡੂ ਯੂ ਕੰਕਲੂਡ ਦਾ ਤਾਂ ਆਂਸਰ ਏ ਸੀ। ਵੀ ਕੰਕਲੂਡ ਦੈਟ 1 ਨੰਬਰ ਮਸਟ ਬੀ 0, ਵੀ ਦੋਵਾਂ ਦੇ ਵਿੱਚੋਂ ਇੱਕ ਨੰਬਰ 0 ਹੋਣਾ ਚਾਹੀਦਾ ਹੈ। ਅਤੇ ਐਗਜ਼ਾਮਪਲ ਮੈਂ ਇਹ ਦਿੱਤਾ ਹੈ 3 ਮਲਟੀਪਲਾਈਡ ਬਾਈ 0, ਇਹ ਨੋਟ ਡਾਊਨ ਕਰ ਸਕਦੇ ਹੋ। ਹਾਂਜੀ, ਜਿਵੇਂ ਮੈਂ ਇਹ ਜੋ ਹੈ 3 ਔਰ 0 ਦੀ ਮਲਟੀਪਲੀਕੇਸ਼ਨ ਲਿੱਤੀ ਹੈ, ਠੀਕ ਹੈ। ਦੋ ਹੋਲ ਨੰਬਰ ਹੋ ਗਏ, ਇੱਕ 3 ਲਿੱਤਾ ਹੈ, ਇੱਕ 0 ਲਿੱਤਾ ਹੈ, ਠੀਕ ਹੈ। ਇਹਨਾਂ ਦੀ ਮਲਟੀਪਲੀਕੇਸ਼ਨ ਦਾ ਜੋ ਰਿਜ਼ਲਟ ਹੈ ਉਹ 0 ਆ ਰਿਹਾ ਹੈ। ਤਾਂ ਤੁਸੀਂ ਦੇਖ ਸਕਦੇ ਹੋ ਕਿਸੇ ਇੱਕ ਹੋਲ ਨੰਬਰ ਨੂੰ 0 ਹੋਣਾ ਪਏਗਾ ਮਲਟੀਪਲੀਕੇਸ਼ਨ ਜਾਂ ਪ੍ਰੋਡਕਟ ਦੇ ਵਿੱਚ, ਤਾਂ ਹੀ ਜੋ ਹੈ ਰਿਜ਼ਲਟ 0 ਆਏਗਾ।
ਕੁਐਸਚਨ ਨੰਬਰ 11 ਹੈ ਜੀ ਮੈਚ ਦਾ ਫੋਲੋਇੰਗ। ਹੁਣ ਇਹਦੇ ਵਿੱਚ ਜੋ ਅਸੀਂ ਪ੍ਰੋਪਰਟੀਜ਼ ਯੂਜ਼ ਕੀਤੀਆਂ ਹੈ ਉਹੀ ਜੋ ਹੈ ਮਤਲਬ ਇੱਕ ਤਰ੍ਹਾਂ ਦਾ ਸਾਨੂੰ ਜੋ ਹੈ ਨਿਊਮੈਰਿਕ ਮਤਲਬ ਦੇਖ ਸਕਦੇ ਹੋ ਤੁਸੀਂ ਨੰਬਰਸ ਦੇ ਵਿੱਚ ਦੇ ਰੱਖਿਆ ਹੈ ਉਹ ਪ੍ਰੋਪਰਟੀਜ਼। ਇੱਥੇ ਸਾਨੂੰ ਉਹਨਾਂ ਦੀ ਨੇਮਿੰਗ ਕਰਨੀ ਹੈ ਵੀ ਕਿਹੜੀ ਵਾਲੀ ਪ੍ਰੋਪਰਟੀ ਜੋ ਹੈ ਕਿੱਥੇ ਅਪਲਾਈ ਹੋ ਰਹੀ ਹੈ। ਹਾਂਜੀ, ਹੁਣ ਪਹਿਲੇ ਨੂੰ ਦੇਖੋ 537 ਹੈ ਔਰ 106 ਹੈ। ਇਹਨਾਂ ਨੇ ਕੀਤਾ ਕੀ ਹੈ, ਇੱਥੇ 537 ਨੂੰ 100 ਫਿਰ ਪਲੱਸ ਦਾ ਸਾਈਨ ਫਿਰ 537 ਨੂੰ 6 ਦੇ ਨਾਲ ਮਲਟੀਪਲਾਈ ਕਰ ਰਹੇ ਹਾਂ। ਤਾਂ ਇਹ ਕਦੋਂ ਹੋ ਸਕਦਾ ਸੀ, ਜਦੋਂ ਅਸੀਂ 537 ਮਲਟੀਪਲਾਈਡ ਬਾਈ ਇਹ ਜੋ 106 ਹੈ ਨਾ, ਇਸ ਨੂੰ ਅਸੀਂ ਬ੍ਰੇਕ ਕਰਕੇ ਲਿਖ ਲੈਂਦੇ 100 ਪਲੱਸ 6। ਹਾਂਜੀ, 537 ਨੂੰ ਪਹਿਲਾਂ ਅਸੀਂ 100 ਨਾਲ ਮਲਟੀਪਲਾਈ ਕਰਦੇ, ਇਹ ਦੇਖ ਸਕਦੇ ਹੋ ਤੁਸੀਂ ਥੱਲੇ ਇਹ ਇਹਨਾਂ ਨੇ ਇੱਥੇ ਕਰਕੇ ਦਿਖਾਇਆ ਹੋਇਆ ਹੈ। ਤੇ ਉਸ ਤੋਂ ਬਾਅਦ 537 ਨੂੰ ਅਸੀਂ 6 ਨਾਲ ਮਲਟੀਪਲਾਈ ਕਰਦੇ। ਠੀਕ ਹੈ। ਹਾਂਜੀ, ਹੁਣ ਇਹਨਾਂ ਨੇ 106 ਨੂੰ 100 ਪਲੱਸ 6 ਲਿਖ ਕੇ ਜੋ ਹੈ ਫਿਰ 537 ਦੀ ਮਲਟੀਪਲੀਕੇਸ਼ਨ ਨੂੰ ਡਿਸਟਰੀਬਿਊਟ ਕੀਤਾ ਹੈ। ਜੋ 537 ਦੀ ਜੋ ਮਲਟੀਪਲੀਕੇਸ਼ਨ ਹੈ, ਇਸ 537 ਦੀ ਜੋ ਮਲਟੀਪਲੀਕੇਸ਼ਨ ਹੈ ਇਸ ਨੂੰ ਡਿਸਟਰੀਬਿਊਟ ਕੀਤਾ ਹੈ 100 ਦੇ ਉੱਪਰ ਤੇ 6 ਦੇ ਉੱਪਰ, ਤੇ ਵਿਚਕਾਰ ਸਾਈਨ ਕਿਹੜਾ ਹੈ, ਐਡੀਸ਼ਨ ਦਾ ਸਾਈਨ ਹੈ, ਪਲੱਸ ਦਾ ਸਾਈਨ ਹੈ। ਤਾਂ ਅਸੀਂ ਕੀ ਲਿਖਾਂਗੇ, ਡਿਸਟਰੀਬਿਊਟਿਵਿਟੀ ਆਫ ਮਲਟੀਪਲੀਕੇਸ਼ਨ, ਵੀ ਮਲਟੀਪਲੀਕੇਸ਼ਨ ਦਾ ਡਿਸਟਰੀਬਿਊਟਿਵ ਹੋ ਰਿਹਾ ਹੈ, ਯਾਨੀ ਕਿ ਮਲਟੀਪਲੀਕੇਸ਼ਨ ਨੂੰ ਵੰਡਿਆ ਜਾ ਰਿਹਾ ਹੈ ਓਵਰ ਐਡੀਸ਼ਨ, ਐਡੀਸ਼ਨ ਦੇ ਉੱਪਰ। ਤਾਂ ਸੀ ਪਾਰਟ ਜੋ ਹੈ ਉਹ ਪਹਿਲੇ ਦਾ ਆਂਸਰ ਹੋਏਗਾ। ਠੀਕ ਹੈ। ਹਾਂਜੀ, ਫਸਟ ਦਾ ਜੋ ਆਂਸਰ ਹੈ ਡਿਸਟਰੀਬਿਊਟਿਵਿਟੀ ਆਫ ਮਲਟੀਪਲੀਕੇਸ਼ਨ ਓਵਰ ਐਡੀਸ਼ਨ। ਰੀਜ਼ਨ ਕੀ ਹੈ, ਰੀਜ਼ਨ ਇਹ ਹੈ ਵੀ ਜੋ 537 ਦਾ ਮਲਟੀਪਲੀਕੇਸ਼ਨ ਹੈ ਉਸ ਨੂੰ ਡਿਸਟਰੀਬਿਊਟ ਕੀਤਾ ਗਿਆ ਹੈ 100 ਔਰ 6 ਦੇ ਉੱਪਰ। ਠੀਕ ਹੈ। ਤੇ ਸਾਈਨ ਕਿਹੜਾ ਵਿਚਕਾਰ, ਉਹ ਪਲੱਸ ਦਾ ਸਾਈਨ ਹੈ, ਐਡੀਸ਼ਨ ਦਾ ਸਾਈਨ ਹੈ, ਤਾਂ ਇਸ ਕਰਕੇ ਅਸੀਂ ਕਹਾਂਗੇ ਓਵਰ ਐਡੀਸ਼ਨ, ਡਿਸਟਰੀਬਿਊਟਿਵਿਟੀ ਆਫ ਮਲਟੀਪਲੀਕੇਸ਼ਨ ਓਵਰ ਐਡੀਸ਼ਨ। ਸੈਕਿੰਡ ਕੀ ਹੈ, ਦੇਖੋ ਇਸ 'ਚ ਇਹ ਵਾਲਾ 4 ਰਾਈਟ ਸਾਈਡ ਤੇ ਔਰ ਲੈਫਟ ਸਾਈਡ ਤੇ ਦੋਵੇਂ ਪਾਸੇ ਜੋ ਹੈ ਫਰਸਟ ਪੋਜੀਸ਼ਨ ਤੇ ਹੈ। ਜਸਟ ਹੋਇਆ ਕੀ ਹੈ, ਮੈਂ ਇਸ ਨੂੰ ਇਰੇਸ ਕਰ ਰਿਹਾ ਜੀ। ਹਾਂਜੀ, ਹੋਇਆ ਕੀ ਹੈ, ਦੇਖੋ 4 ਤਾਂ ਦੋਵੇਂ ਪਾਸੇ ਜੋ ਹੈ ਉਹ ਫਰਸਟ ਪੋਜੀਸ਼ਨ ਤੇ ਹੈ। ਇਸ ਸਾਈਡ ਤੇ 47 ਔਰ 25, 47 ਪਹਿਲੇ ਆ ਰਿਹਾ ਹੈ ਲੈਫਟ ਸਾਈਡ ਤੇ ਔਰ 25 ਜੋ ਹੈ ਉਹ ਬਾਅਦ ਦੇ ਵਿੱਚ ਹੈ। ਇੱਧਰ ਜੋ ਹੈ 25 ਪਹਿਲੇ ਆ ਰਿਹਾ ਹੈ ਰਾਈਟ ਸਾਈਡ ਤੇ 47 ਜੋ ਹੈ ਉਹ ਬਾਅਦ ਦੇ ਵਿੱਚ ਹੈ। ਠੀਕ ਹੈ। ਇਟ ਮੀਨਸ ਕਿ 47 ਔਰ 25 ਦਾ ਜੋ ਆਰਡਰ ਹੈ ਉਸ ਨੂੰ ਜੋ ਹੈ ਮਤਲਬ ਰੀਅਰੇਂਜ ਕੀਤਾ ਗਿਆ ਹੈ, ਜਾਂ ਆਰਡਰ ਜੋ ਹੈ ਉਹ ਸ਼ਿਫਟ ਕੀਤਾ ਗਿਆ, ਚੇਂਜ ਕੀਤਾ ਗਿਆ ਹੈ। ਤੇ ਜਦ ਕਦੀ ਵੀ ਆਰਡਰ ਜੋ ਹੈ ਅਸੀਂ ਚੇਂਜ ਕਰਦੇ ਹਾਂ, ਇਟ ਮੀਨਸ ਕਿ ਉੱਥੇ ਜੋ ਹੈ ਕੋਮੂਟੇਟਿਵਿਟੀ ਹੁੰਦੀ ਹੈ। ਠੀਕ ਹੈ। ਤੇ ਕੋਮੂਟੇਟਿਵਿਟੀ ਅਸੀਂ ਕਿਸ ਦੇ ਮਤਲਬ ਓਵਰ ਜੋ ਹੈ ਜਾਂ ਕਿਸ ਦੇ ਅੰਡਰ ਅਪਲਾਈ ਕਰ ਰਹੇ ਹਾਂ, ਸਾਈਨ ਦੇਖੋ ਕਿਹੜਾ ਹੈ, ਦੇਖ ਸਕਦੇ ਹੋ ਤੁਸੀਂ ਸਾਈਨ ਕਿਹੜਾ ਹੈ, ਮਲਟੀਪਲੀਕੇਸ਼ਨ ਦਾ ਸਾਈਨ ਹੈ। ਠੀਕ ਹੈ। ਤਾਂ ਅਸੀਂ ਕੀ ਲਿਖਾਂਗੇ, ਇਹਦਾ ਆਂਸਰ ਜੋ ਹੈ ਸੈਕਿੰਡ ਦਾ ਕੀ ਹੈ, ਸੈਕਿੰਡ ਦਾ ਆਂਸਰ ਅਸੀਂ ਮੈਂਸ਼ਨ ਕਰਨਾ ਹੈ, ਦੇਖੋ ਕੋਮੂਟੇਟਿਵਿਟੀ ਅੰਡਰ ਮਲਟੀਪਲੀਕੇਸ਼ਨ। ਮਲਟੀਪਲੀਕੇਸ਼ਨ ਲਿਖਣਾ ਜ਼ਰੂਰੀ ਹੈ ਕਿਉਂਕਿ 25 ਔਰ 47 ਦੇ ਵਿਚਕਾਰ ਜੋ ਸਾਈਨ ਹੈ ਉਹ ਮਲਟੀਪਲੀਕੇਸ਼ਨ ਦਾ ਹੈ। ਠੀਕ ਹੈ। ਉਹਨਾਂ ਦਾ ਆਰਡਰ ਜੋ ਹੈ ਉਸ ਨੂੰ ਰੀਅਰੇਂਜ ਕੀਤਾ ਗਿਆ ਹੈ, ਯਾਨੀ ਕਿ ਆਰਡਰ ਚੇਂਜ ਕੀਤਾ ਗਿਆ ਹੈ। ਠੀਕ ਹੈ। ਇੱਕ ਵਾਰੀ 25 ਪਹਿਲਾ ਹੈ, ਇੱਕ ਵਾਰੀ 47 ਪਹਿਲਾ ਹੈ। ਨੈਕਸਟ ਹੈ ਜੀ ਥਰਡ ਵਾਲਾ। ਦੇਖੋ ਥਰਡ ਵਾਲੇ ਦੇ ਵਿੱਚ ਕੀ ਹੈ, 70 ਲੈਫਟ ਹੈਂਡ ਸਾਈਡ ਔਰ ਰਾਈਟ ਹੈਂਡ ਸਾਈਡ ਦੋਵੇਂ ਪਾਸੇ ਜੋ ਹੈ ਉਹ ਫਰਸਟ ਨੰਬਰ ਤੇ ਹੈ। ਠੀਕ ਹੈ। ਹੁਣ ਦੇਖੋ 19, 23 ਔਰ 30 ਜੋ ਹੈ ਇਸ ਦੇ ਵਿੱਚ ਕੀ ਹੈ, ਲੈਫਟ ਹੈਂਡ ਸਾਈਡ ਤੇ ਜੋ 19, 23 ਹੈ ਉਹ ਪਹਿਲਾ ਹੈ, ਰਾਈਟ ਹੈਂਡ ਤੇ ਮਤਲਬ ਲੈਫਟ ਹੈਂਡ ਸਾਈਡ ਤੇ 30 ਜੋ ਹੈ ਉਹ ਬਾਅਦ ਦੇ ਵਿੱਚ ਹੈ। ਰਾਈਟ ਹੈਂਡ ਸਾਈਡ ਤੇ ਕੀ ਹੈ, 30 ਜੋ ਹੈ ਉਹ ਪਹਿਲਾ ਹੈ ਤੇ 19, 23 ਜੋ ਹੈ ਉਹ ਸੈਕਿੰਡ ਨੰਬਰ ਤੇ ਹੈ, ਮਤਲਬ ਕਿ ਆਰਡਰ ਜੋ ਹੈ ਚੇਂਜ ਕਰ ਦਿੱਤਾ ਗਿਆ ਹੈ। ਇਟ ਮੀਨਸ ਕਿ ਅਗਰ ਆਰਡਰ ਚੇਂਜ ਹੋ ਰਿਹਾ ਹੈ, ਕੋਮੂਟੇਟਿਵਿਟੀ ਹੈ। ਹੁਣ ਅਸੀਂ ਇਹ ਦੇਖਣਾ ਹੈ ਸਾਈਨ ਕਿਹੜਾ ਹੈ, ਸਾਈਨ ਦੇਖੋ ਇਹ ਕਿਸ ਦਾ ਸਾਈਨ ਹੈ, ਪਲੱਸ ਦਾ ਸਾਈਨ ਹੈ। ਇਟ ਮੀਨਸ ਕਿ ਕੋਮੂਟੇਟਿਵਿਟੀ ਅਪਲਾਈ ਹੋ ਰਹੀ ਹੈ ਅੰਡਰ ਐਡੀਸ਼ਨ। ਪਹਿਲਾ ਜੋ ਸੈਕਿੰਡ ਵਾਲਾ ਪਾਰਟ ਸੀ ਉਹਦੇ ਵਿੱਚ ਮਲਟੀਪਲੀਕੇਸ਼ਨ ਦਾ ਸਾਈਨ ਸੀ, ਇਸ ਕਰਕੇ ਕੋਮੂਟੇਟਿਵਿਟੀ ਅੰਡਰ ਮਲਟੀਪਲੀਕੇਸ਼ਨ ਸੀ। ਹੁਣ ਜੋ ਹੈ ਐਡੀਸ਼ਨ ਦਾ ਸਾਈਨ ਹੈ,
ਤੇ ਇਸ वजह तो जो कॉमुटेटिविटी है वो जो है अंडर एडिशन है। हाँ जी, जो बी पार्ट है कॉमुटेटिविटी अंडर एडिशन वो जो है थर्ड वाले दा आंसर होएगा।